ਕੀ ਤੁਹਾਡਾ ਨੀਟ ਸਕੋਰ ਘੱਟ ਹੈ ਤਾਂ ਘਬਰਾਓ ਨਹੀਂ, ਵੀਜ਼ਾ ਵਰਲਡ ਲੈ ਕੇ ਆਇਆ ਹੈ ਸੁਨਹਿਰੀ ਮੌਕਾ। ਹੁਣ ਕਰੋ MBBS ਯੂਕਰੇਨ ਵਿੱਚ ਸਿਰਫ 3.5 ਲੱਖ ਸਾਲਾਨਾ ਖਰਚੇ ਨਾਲ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਵੀਜ਼ਾ ਵਰਲਡ ਇਮੀਗ੍ਰੇਸ਼ਨ ਕੋੜੇਵਾਲਾ ਚੌਕ ਬਠਿੰਡਾ। ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪਾਂ ਤੁਸੀਂ ਬਹੁਤ ਸਾਰੇ ਸਰਪੰਚਾਂ ਪੰਚਾਂ ਨੂੰ ਇਹ ਦਿੱਕਤ ਆ ਰਹੀ ਹੈ ਕਿ ਪਿਛਲੇ 3 ਸਾਲਾਂ ਤੋਂ 2 ਸਾਲਾਂ ਤੋਂ ਜਦੋਂ ਤੋਂ ਬਾਂਸਲ ਪਰਿਵਾਰ ਇੱਥੇ ਆਇਆ ਹੈ ਤਾਂ ਉਹ ਸਾਨੂੰ ਤਕਲੀਫਾਂ ਦੇ ਰਹੇ ਨੇ। ਜੇ ਕੋਈ ਸਿਸਟਮ ਬਣਦਾ ਹੈ ਜਾਂ ਕੋਈ ਪੇਮੈਂਟ ਹੁੰਦੀ ਹੈ ਤਾਂ ਉਹ ਰੋਕ ਦਿੰਦੇ ਨੇ। ਤਾਂ ਇਸੇ ਕਰਕੇ ਹੀ ਅੱਜ ਇਹ ਜਿਹੜਾ ਮੀਟਿੰਗ ਬੁਲਾਈ ਗਈ ਹੈ ਕਿ ਉਹਨਾਂ ਦੇ ਖਿਲਾਫ ਇਹ ਰੱਖੀ ਗਈ ਹੈ ਮੀਟਿੰਗ, ਤੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਤਕਲੀਫਾਂ ਨਾ ਆਉਣ ਜੋ ਅਸੀਂ ਪਹਿਲਾਂ ਤੋਂ ਝੇਲ ਰਹੇ ਹਾਂ ਅੱਗੇ। ਹਾਂਜੀ, ਇਹ ਕਿਸੇ ਸਪੋਰਟ 'ਚ ਨਹੀਂ ਹੈਗੀ। ਤੇ ਬਾਕੀ ਨੂੰ ਬਾਈਟ ਵੀ ਦੇ ਦਿੰਦੇ ਆ ਤੇ ਇੱਕ ਪਿਕਚਰ ਵੀ ਕਰਾ ਲੈਂਦੇ ਆ, ਠੀਕ ਹੈ। ਤੇ ਅਸੀਂ ਕਿਸੇ ਦੀ ਸਪੋਰਟ 'ਚ ਨਹੀਂ ਆਏ, ਇੱਥੇ ਨੁਮਾਇੰਦੇ ਵੀ ਪਹੁੰਚੇ ਨੇ ਕਾਂਗਰਸ ਦੇ। ਕਈ ਵਾਰੀ ਸੋਚ ਲੈਣ ਵੀ ਸਾਡੀ ਸਪੋਰਟ 'ਚ ਜਾਂ ਕੋਈ ਵੀ, ਅਸੀਂ ਕਿਸੇ ਦੀ ਇੱਥੇ ਸਪੋਰਟ 'ਚ ਨਹੀਂ ਗਏ। ਕਾਂਗਰਸ ਪਾਰਟੀ ਉਹਨਾਂ ਤੋਂ ਬਿਨਾਂ ਕਿਸੇ ਨੂੰ ਵੀ ਟਿਕਟ ਦੇਵੇ ਸਾਨੂੰ ਕੋਈ ਇਤਰਾਜ਼ ਨਹੀਂਗਾ, ਠੀਕ ਹੈ। ਬਸ ਇੰਨੀ ਗੱਲਬਾਤ ਹੈ ਜੀ। ਪੱਤਰਕਾਰ ਵੀਰਾਂ ਨੂੰ ਵੀ ਸਾਡੀ ਬੇਨਤੀ ਹੈ ਜੀ ਤੇ ਜਿਹੜੇ ਅਸੀਂ ਵਿਰੋਧ 'ਚ ਭਾਈ ਫੋਟੋ ਜਿਹੜੇ ਪੈਸੇ ਬਾਈ ਵਾਲੇ ਆਉਣ ਵਾਲੇ 2 ਸਾਲ ਹੋ ਸਕਦਾ ਉਦੋਂ ਵੀ ਤੰਗੀ ਵਾਲਾ ਕੰਮ ਹੋਵੇ। ਇਹ ਦੁਬਾਰੇ ਤੋਂ ਫਿਰ ਸੁਣ ਲਓ ਵੀ ਇਹ ਬਾਂਸਲ ਪਰਿਵਾਰ ਦੇ ਵਿਰੋਧ 'ਚ ਇਕੱਠ ਰੱਖਿਆ ਹੋਇਆ ਜੀ। ਜਿੰਨੇ ਇੱਕ ਸਹਿਮਤ ਤੋਂ ਵੀ ਹਾਂ ਵਿਰੋਧ ਕੀਤਾ ਜਾਵੇ ਉਹਨੇ ਕੁ ਵੀਰ ਇੱਥੇ ਰਹਿ ਸਕਦੇ ਆ, ਹੈ ਨਾ। ਕਿਉਂਕਿ ਨੂੰ ਨਾ ਪਤਾ ਹੋਵੇ ਤਾਂ ਉਹ ਵੀਰ ਜਾ ਸਕਦੇ ਆ ਜੀ, ਹੈ ਨਾ। ਹਾਂਜੀ ਹਾਂ, ਚਲੋ ਜੀ ਸਭ ਕੁਝ ਹੋ ਗਿਆ। ਚੇਅਰਮੈਨ ਸਾਹਿਬ ਪਹੁੰਚੇ। ਅੱਜ ਮਕਸਦ ਇਹ ਰੱਖਿਆ ਸੀ ਵੀ ਬਾਂਸਲ ਪਰਿਵਾਰ ਦੇ ਵਿਰੁੱਧ ਰੱਖਿਆ ਸੀਗਾ ਅਸੀਂ, ਕਿਉਂਕਿ 2012 'ਚ ਇਹਨਾਂ ਨੇ ਕਾਂਗਰਸ ਪਾਰਟੀ ਦੀ ਚੋਣ ਲੜੀ ਔਰ 1200 ਵੋਟ ਤੇ ਹਾਰੇ। ਉਸ ਤੋਂ ਬਾਅਦ ਇਹਨਾਂ ਨੇ ਅਕਾਲੀ ਪਾਰਟੀ ਜੁਆਇਨ ਕੀਤੀ ਔਰ ਯੋਜਨਾ ਚੇਅਰਮੈਨੀ ਇਹਨਾਂ ਨੇ ਲੈਤੀ। ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਜੇਲ੍ਹ ਕੱਟਣੀ ਪੈ ਗਈ ਤਾਂ ਬਾਦਲ ਪਰਿਵਾਰ ਨੇ ਇਹਨਾਂ ਤੋਂ ਅਸਤੀਫਾ ਲੈਤਾ ਗਿਆ। ਫਿਰ ਇਹਨਾਂ ਨੂੰ ਭੱਜਦਿਆਂ ਨੂੰ ਕੋਈ ਰਾਹ ਨਹੀਂ ਮਿਲਿਆ, ਇਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ। 8 ਸਾਲ ਇਹਨਾਂ ਨੇ ਹਲਕੇ 'ਚ ਪੈਰ ਨਹੀਂ ਪਾਇਆ। 2 ਸਾਲ ਦੇ ਕਹਿੰਦੇ ਅਸੀਂ ਹਲਕੇ ਦੇ ਮਾਲਕ ਹਾਂ, ਹਲਕਾ ਲੁੱਟ ਕੇ ਖਾ ਗਏ। ਅਸੀਂ ਹਾਈ ਕਮਾਂਡ ਨੂੰ ਅਪੀਲ ਕਰਦੇ ਹਾਂ, ਚਾਹੇ ਸਾਡੇ ਆਮ ਵਰਕਰ ਨੂੰ ਟਿਕਟ ਦੇ ਦਿਓ, ਸਾਰਾ ਹਲਕਾ ਨਾਲ ਹੈ। ਔਰ ਭਗੌੜਿਆਂ ਨੂੰ ਟਿਕਟ ਇੱਥੋਂ ਨਾ ਦਿੱਤੀ ਜਾਵੇ, ਕਿਉਂਕਿ ਸਾਨੂੰ ਇਹਨਾਂ ਨੇ 2 ਸਾਲ ਦਾ ਬਹੁਤ ਸਾਰਿਆਂ ਨੂੰ ਪਰੇਸ਼ਾਨ ਕੀਤਾ। ਨਗਰ ਕੌਂਸਲ ਦੀਆਂ ਚੋਣਾਂ ਆਈਆਂ, ਸਾਡੇ ਸ਼ਹਿਰੀ ਪ੍ਰਧਾਨ ਨੂੰ ਪੁੱਛਿਆ ਜਾਵੇ ਵੀ ਉਹਨਾਂ ਨੂੰ ਪੁੱਛਿਆ ਸੀ ਕਿਹਨੂੰ ਟਿਕਟ ਦੇਣੀ ਹੈ, ਜ਼ਿਲ੍ਹਾ ਪ੍ਰਧਾਨ ਨੂੰ ਪੁੱਛਿਆ ਸੀ ਕਿਹਨੂੰ ਟਿਕਟ ਨੇ। ਸਾਨੂੰ ਟਿਕਟ ਤਾਂ ਕੀ ਦੇਣੀ ਸੀ ਔਰ ਸਾਨੂੰ ਪੁੱਛਿਆ ਤੱਕ ਵੀ ਨਹੀਂ। ਔਰ ਮੈਂ ਸਾਡੇ ਜੋ ਗਰੀਬ ਬੰਦਾ ਸੀ ਤਾਂ ਕਰਵਾਇਆ ਗਿਆ ਉਹਨੂੰ। ਦੂਸਰੀ ਗੱਲ, ਜੋ ਵੀ ਇਹਨਾਂ ਦੇ ਥੋੜਾ ਜਿਹਾ ਖਿਲਾਫ ਬੋਲਦਾ, ਜਿਵੇਂ ਕਸ਼ਮੀਰੇ ਤੇ ਇਹਨਾਂ ਨੇ ਪਰਚਾ ਕਰਾਉਣ ਦੀ ਕੋਸ਼ਿਸ਼ ਕੀਤੀ, ਗੁਰਵਿੰਦਰ ਦੇ ਨਾਲ ਇਹਨਾਂ ਨੇ ਸਿੱਧੇ ਮੱਥੇ ਰੌਲਾ ਪਿਆ, ਇਹਨਾਂ ਦੀ ਲੜਾਈ ਹੋਈ, ਮੇਰੇ ਨਾਲ ਖੁਦ ਨਾਲ ਹੋਈ, ਇੱਥੋਂ ਤੱਕ ਕਿ ਇਹਨਾਂ ਦਾ ਬਹੁਤ ਸਾਰਾ ਜ਼ੋਰ ਲੱਗਿਆ ਕਿ ਇਹਨਾਂ ਨੂੰ ਸਸਪੈਂਡ ਕਰਾ ਲਈਏ। ਪਰ ਇਹਨਾਂ ਨੂੰ ਨਹੀਂ ਪਤਾ ਸੀ ਕਿ ਮੈਂ ਇਲੈਕਟਡ ਪ੍ਰਧਾਨ ਹਾਂ। ਇੱਥੇ ਸਰਪੰਚਾਂ ਵੱਲੋਂ ਤੇ ਯੂਥ ਵੱਲੋਂ ਮੈਨੂੰ ਵੋਟਾਂ ਪਾ ਕੇ ਪ੍ਰਧਾਨ ਬਣਾਇਆ ਗਿਆ। ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਆ ਵੀ ਇਹਨੂੰ ਸਸਪੈਂਡ ਕਰਵਾਇਆ ਜਾਵੇ। ਸੋ ਇਹਨਾਂ ਨੇ ਦੂਸਰਾ ਕੰਮ ਕੀ ਕੀਤਾ ਕਿ ਜੋ ਪਹਿਲਾਂ ਟੈਂਡਰ ਲੱਗੇ ਸੀ, ਪੈਸਾ ਖਾਣ ਦੇ ਮਾਰਿਆਂ ਨੇ ਉਹ ਟੈਂਡਰ ਕੈਂਸਲ ਕਰਵਾ ਕੇ ਦੁਬਾਰੇ ਟੈਂਡਰ ਪਵਾਏ। ਇਹਦੀਆਂ ਆਪਾਂ ਫੋਟੋਕਾਪੀਜ਼ ਵੀ ਤੁਹਾਨੂੰ ਮਿਲ ਜਾਣਗੀਆਂ ਕਿ ਟੈਂਡਰ ਪਹਿਲਾਂ ਕਿਹਦੇ ਨਾਂ। ਮੈਂ ਸਾਰਿਆਂ ਦਾ ਆਉਣ 'ਤੇ ਧੰਨਵਾਦ ਕਰਦਾ। ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਇੱਥੇ ਕਿਸੇ ਦੇ ਹੱਕ ਦੇ ਲਈ ਨਹੀਂ, ਸਗੋਂ ਬਾਂਸਲ ਪਰਿਵਾਰ ਦੇ ਵਿਰੋਧ ਲਈ ਇਕੱਠ ਰੱਖਿਆ ਗਾ। ਉਹਦਾ ਮੁੱਖ ਕਾਰਨ ਇਹ ਹੈ ਕਿ ਆਪਾਂ ਨੂੰ ਸਾਰੇ ਸਰਪੰਚਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਆਈਆਂ ਨੇ ਜਦੋਂ ਦੇ ਹਲਕੇ ਦੇ ਵਿੱਚ ਆਏ ਨੇ। ਹੋ ਸਕਦਾ ਕਈਆਂ ਦੇ ਕਲੋਜ਼ ਨੇੜੇ ਵੀ ਰਹੇ ਹੋਣ, ਪਰ ਜਿਨ੍ਹਾਂ ਨੂੰ ਸਾਨੂੰ ਦਿੱਕਤਾਂ ਆਈਆਂ ਨੇ ਅਸੀਂ ਤਕਰੀਬਨ ਉਹਨਾਂ ਨੇ ਇਕੱਠ ਰੱਖਿਆ ਸੀ ਤੇ ਅਸੀਂ ਸਹਿਮਤ ਵੀ ਹਾਂ ਕਿ ਉਹਨਾਂ ਨੂੰ ਟਿਕਟ ਨਾ ਦਿੱਤੀ ਜਾਵੇ, ਕਿਉਂਕਿ ਇਹਨਾਂ ਤੋਂ ਕੋਈ ਵੀ ਚੱਜ ਦਾ ਕੰਮ ਨਹੀਂ ਹੋਇਆ। ਸਤਿ ਸ਼੍ਰੀ ਅਕਾਲ, ਉਡਾਨ ਨਿਊਜ਼ 24 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਵੀਰਪਾਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਵੇਲੇ ਅਸੀਂ ਹੈਗੇ ਹਾਂ ਮੋੜ ਦੇ ਵਿੱਚ ਜੀ, ਹਲਕਾ ਮੋੜ ਦੇ ਵਿੱਚ। ਜਿਵੇਂ ਕਿ ਆਪਾਂ ਦੇਖ ਲਈਏ ਪੰਜਾਬ ਦਾ ਸਿਆਸੀ ਮਾਹੌਲ ਹੈ ਜਿਹੜਾ ਭਖਿਆ ਹੋਇਆ। ਇਸ ਵੇਲੇ ਹਲਕਾ ਮੋੜ ਦੇ ਵਿੱਚ ਕੀ ਮਾਹੌਲ ਹੈ, ਰਾਜਨੀਤਿਕ ਕੀ ਸਥਿਤੀ ਹੈਗੀ ਆ, ਆਪਾਂ ਗੱਲਬਾਤ ਕਰਾਂਗੇ। ਅੱਜ ਸਾਡੇ ਨਾਲ ਨੇ ਸੀਨੀਅਰ ਕਾਂਗਰਸੀ ਮਹਿਲਾ ਆਗੂ ਮੈਡਮ ਮੰਜੂ ਬਾਂਸਲ ਜੀ, ਜਿਨ੍ਹਾਂ ਨਾਲ ਆਪਾਂ ਅੱਜ ਦੀ ਮਾਹੌਲ ਦੇ ਬਾਰੇ, ਅੱਜ ਦੇ ਜਿਹੜਾ ਹਲਕਾ ਮੋੜ ਦਾ ਰਾਜਨੀਤਿਕ ਮਾਹੌਲ ਆ ਉਸ ਬਾਰੇ ਗੱਲਬਾਤ ਕਰਾਂਗੇ। ਆਓ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਮੈਮ ਸਤਿ ਸ਼੍ਰੀ ਅਕਾਲ ਜੀ। ਉਡਾਨ ਨਿਊਜ਼ ਦੇਖ ਰਹੇ, ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਜੀ। ਮੈਮ ਮੇਰਾ ਸਭ ਤੋਂ ਪਹਿਲਾ ਸਵਾਲ ਜਿਹੜਾ ਆਪਾਂ ਕਾਂਗਰਸ ਦੀ ਰਾਜਨੀਤੀ ਨੂੰ ਲੈ ਕੇ ਲੈ ਲਈਏ, ਜਿਵੇਂ ਕਿ ਹੁਣ ਦੇਖਿਆ ਗਿਆ ਪਿਛਲੇ ਦਿਨ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਕਾਂਗਰਸੀ ਵਰਕਰਾਂ ਦੇ ਆਗੂਆਂ ਦੇ ਵੱਲੋਂ ਹੀ ਤੁਹਾਡਾ ਵਿਰੋਧ ਕੀਤਾ ਜਾ ਰਿਹਾ। ਸਭ ਤੋਂ ਪਹਿਲਾਂ ਇੱਦਾਂ ਹੁੰਦਾ ਹਰ ਇੱਕ ਪਾਰਟੀ ਦੇ ਵਿੱਚ ਵਿਰੋਧ ਹੁੰਦਾ ਹੈ ਨਾ। ਤੋ ਇਹ ਜਿਸ ਵੇਲੇ ਇਨਸਾਨ ਕੋਈ ਆਮ ਆਦਮੀ, ਆਪਾਂ ਜਿਵੇਂ ਕਹਾਂ ਕਿ ਆਮ ਇਨਸਾਨ ਉੱਪਰ ਉੱਠਦਾ ਤਾਂ ਉਹਦੇ ਵਿਰੋਧੀ ਵੀ ਬਹੁਤ ਹੁੰਦੇ ਨੇ।
ਸੋ ਸਾਰਿਆਂ ਦੀਆਂ ਆਸਾਂ ਤੇ ਆਪਾਂ ਖਰੇ ਨਹੀਂ ਉਤਰ ਸਕਦੇ। ਕਹਿੰਦੇ ਨੇ ਕਿ ਸਾਰਿਆਂ ਨੂੰ ਤਾਂ ਸ਼ਾਇਦ ਪਰਮਾਤਮਾ ਵੀ ਖੁਸ਼ ਨਹੀਂ ਕਰ ਸਕਦਾ। ਸੋ ਹੋ ਸਕਦਾ ਕਿ ਮੇਰੇ ਕੋਲੋਂ ਕੋਈ ਕਮੀ ਰਹੀ ਹੋਵੇ, ਮੈਂ ਉਹਨਾਂ ਨੂੰ ਨਹੀਂ ਖੁਸ਼ ਕਰ ਪਾਈ ਹੋਵਾਂ, ਮੈਂ ਉਹਨਾਂ 'ਤੇ ਨਾ ਹੀ ਆਸਾਂ ਤੇ ਖਰੀ ਉਤਰ, ਤਾਂ ਅਗਲੇ ਨੇ ਆਪਣਾ ਮਨ ਦਾ ਜਿਹੜਾ ਬਲਬਲਾ ਸੀ ਉਹਨੂੰ ਬਾਹਰ ਦਿਖਾਇਆ, ਸੋ ਮਨ ਦੇ ਗੁੱਸੇ ਨੂੰ ਬਾਹਰ ਜ਼ਾਹਿਰ ਕੀਤਾ। ਤਾਂ ਉਹਦੇ ਲਈ ਮੈਂ ਉਹ ਤੋਂ ਸੀਖ ਹੀ ਲੈਂਦੀ ਹਾਂ। ਮੈਂ ਉਹਨੂੰ ਕੰਡੈਮ ਨਹੀਂ ਕਰਦੀ, ਮੈਂ ਉਹਨੂੰ ਨਹੀਂ ਕਹਿੰਦੀ, ਪਰ ਮੈਂ ਉਹਨੂੰ ਸੀਖ ਲੈਂਦੀ ਹਾਂ, ਕਿਉਂਕਿ ਇਨਸਾਨ ਨੂੰ ਹਮੇਸ਼ਾ ਇਨਸਾਨ ਸਿੱਖਦਾ ਰਹਿੰਦਾ, ਪੂਰੀ ਲਾਈਫ ਸਿੱਖਦਾ ਰਹਿੰਦਾ। ਕਹਿੰਦੇ ਨੇ ਕਿ ਜੇ ਤੁਹਾਡੇ ਖਿਲਾਫ ਕੋਈ ਕੰਪਲੇਂਟ ਕਰਦਾ ਉਹਨੂੰ ਸੁਜੈਸ਼ਨ ਦੇ ਰੂਪ 'ਚ ਲਓ। ਸੋ ਮੈਨੂੰ ਲੱਗਦਾ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਔਰ ਮੈਨੂੰ ਇਹ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਇੰਪਰੂਵ ਕਰਨ ਦਾ ਜਿਹੜਾ ਹੈਗਾ ਉਹ ਮੌਕਾ ਦਿੱਤਾ ਹੈ ਔਰ ਇੰਪਰੂਵ ਕਰਨ ਦਾ ਸ਼ਾਇਦ ਮੈਨੂੰ ਸੁਝਾਅ ਦਿੱਤਾ ਹੈ। ਜੇ ਆਪਾਂ ਪਾਰਟੀ ਦੀ ਗੱਲ ਕਰ ਲਈਏ, ਹਾਈ ਕਮਾਂਡ ਦੀ ਗੱਲ ਕਰ ਲਈਏ, ਉੱਪਰ ਤੋਂ ਲੈ ਕੇ ਜਿਹੜੇ ਨੀਚੇ ਤੱਕ ਹੈਗਾ ਜਿਹੜਾ ਪਾਰਟੀ ਦੇ ਵਿੱਚ ਜਿਹੜੀ ਉਥਲ ਪੁਥਲ ਚੱਲ ਰਹੀ ਹੈਗੀ, ਦੋਫਾੜ ਜਿਹੜੀ ਹੈਗੀ ਆ ਕਾਂਗਰਸ ਪਾਰਟੀ ਦੇ ਵਿੱਚ ਚੱਲ ਰਹੀ ਹੈ ਇਸ ਟਾਈਮ। ਕਾਂਗਰਸ ਪਾਰਟੀ ਇੱਕ ਵੱਡਾ ਪਰਿਵਾਰ ਹੈ, ਖੇਤਰੀ ਪਾਰਟੀ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਇੰਟਰਨੈਸ਼ਨਲ ਲੈਵਲ ਦੀ ਪਾਰਟੀ ਹੈ। ਸੋ ਇੱਕ ਪਰਿਵਾਰ ਦੇ 5 ਮੈਂਬਰ ਹੁੰਦੇ ਨੇ। ਇੱਕ ਛੋਟਾ ਜਿਹਾ ਆਪਾਂ ਹੁਣ ਨਿਊਕਲੀਅਰ ਫੈਮਿਲੀਜ਼ ਦੀ ਗੱਲ ਕਰੀਏ, ਮੇਰੇ ਖਿਆਲ 4 ਹੀ ਰਹਿੰਦੇ ਨੇ, ਇੱਕ ਬ੍ਰਦਰ, ਇੱਕ ਸਿਸਟਰ, ਇੱਕ ਫਾਦਰ, ਇੱਕ ਹੈ ਨਾ। ਸੋ ਉਹੀ ਹੁੰਦਾ, ਉਹਦੇ ਵਿੱਚ ਵੀ ਆਪਸ ਦੇ ਵਿੱਚ ਤਫਾੜ ਹੁੰਦਾ। ਤੁਸੀਂ ਕਿਸੇ ਮਰਜ਼ੀ ਪਰਿਵਾਰ ਦੇ ਵਿੱਚ, ਫਿਰ ਤਾਂ ਬਹੁਤ ਵੱਡੀ ਪਾਰਟੀ ਹੈ, ਬਹੁਤ। ਔਰ ਬਾਕੀ ਡੈਮੋਕ੍ਰੇਟਿਕ ਪਾਰਟੀ ਹੈ, ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਨੂੰ ਆਪਣਾ ਗੱਲ ਰੱਖਣ ਦਾ ਅਧਿਕਾਰ ਹੈ। ਜਿਵੇਂ ਤਾਂ ਸਭ ਤੋਂ ਪਹਿਲਾਂ ਕੁਐਸਚਨ ਸੀਗਾ ਤੁਹਾਡਾ ਕਿ ਵਿਰੋਧ ਕੀਤਾ ਕਾਂਗਰਸ ਪਾਰਟੀ ਦੇ, ਇਹ ਕਿਹੜੀ ਪਾਰਟੀ ਵਿੱਚ ਹੁੰਦਾ ਇੱਦਾਂ ਕਿ ਡੈਮੋਕ੍ਰੇਸੀ ਕਿ ਤੁਸੀਂ ਆਪਣਾ ਜਿਹੜੀ ਗੱਲ ਹੈ ਆਪਾਂ ਰੱਖ ਸਕਦੇ ਹੋ। ਸੋ ਇਸ ਪਾਰਟੀ ਦੇ ਵਿੱਚ ਅਧਿਕਾਰ ਹੈ ਗੱਲ ਕਰਨ ਦਾ। ਸੋ ਹਰ ਇੱਕ ਦੇ ਆਪਣੇ ਵਿਊਜ਼ ਨੇ, ਆਪਣੇ ਵਿਊਜ਼ ਹਰ ਇੱਕ ਰੱਖਦੇ ਨੇ। ਸੋ ਜਿਸ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਨੇ ਲੋਕ ਉਹਨੂੰ ਚੁਣ ਲੈਂਦੇ ਨੇ। ਹਲਕਾ ਮੋੜ ਦੀ ਗੱਲ ਕਰ ਲਈਏ, ਜਿੱਥੇ ਕਿ ਤੁਹਾਡੇ ਸਮੇਤ 9-10 ਜਿਹੜੇ ਇਸ ਵੇਲੇ ਪਾਰਟੀ ਦੇ ਜਿਹੜੇ ਟਿਕਟ ਦੇ ਦਾਅਵੇਦਾਰ ਹੈਗੇ ਆ, ਉਹਨਾਂ ਵਿੱਚ ਤੁਹਾਡਾ ਨਾਮ ਵੀ ਆਉਂਦਾ। ਕਿ ਇਸ ਦੀ ਵਿਰੋਧਤਾ ਨਹੀਂ ਹੈਗੀ ਕਿ ਇਸ ਦੀ ਸੋਚਦੇ ਕਿ ਤੁਹਾਨੂੰ ਇਸ ਤੋਂ ਟਿਕਟ ਦੇ ਦਾਅਵੇਦਾਰ ਮੰਨਦੇ? ਹਾਂ, ਮੇਰਾ ਖਿਆਲ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਕਿ ਜਿਹੜਾ ਮੇਰੇ ਖਿਲਾਫ ਹੀ ਉੱਠ ਕੇ ਆਏ ਨੇ, 10 ਦੇ ਵਿੱਚੋਂ ਮੇਰੇ ਖਿਲਾਫ ਹੀ ਉੱਠ ਕੇ ਆਏ ਨੇ, ਤਾਂ ਹੋ ਸਕਦਾ ਕਿ ਮਜ਼ਬੂਤ ਕੈਂਡੀਡੇਟ ਆ ਮੈਂ, ਤਾਂ ਕੋਈ ਹੋਰ ਹੈ ਜਿਹੜਾ ਉਹਦੇ ਪਿੱਛੇ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ, ਕੋਈ ਅਕਾਲੀ ਦਲ ਦੀ ਸਾਜ਼ਿਸ਼ ਵੀ ਹੋ ਸਕਦੀ ਹੈ। ਮੈਂ ਤਾਂ ਇਹ ਕਹੂੰਗੀ ਕਿ ਉਹਨਾਂ ਨੇ ਸਿਖਾ ਬਚਾ ਕੇ ਭੇਜਿਆ ਹੋਵੇ, ਤਾਂ ਕਿਉਂਕਿ ਹਰ ਇੱਕ ਚੀਜ਼ ਪੋਸੀਬਲ ਹੈ ਨਾ। ਜੇ ਕਹਿੰਦੇ ਨੇ ਕਿ ਵਾਰ ਦੇ ਵਿੱਚ, ਲਵ ਦੇ ਵਿੱਚ ਹਰ ਇੱਕ ਚੀਜ਼ ਜਾਇਜ਼ ਹੈ, ਤਾਂ ਮੇਰਾ ਖਿਆਲ ਉਹ ਵੀ ਹੋ ਸਕਦਾ ਹੈ। ਬਟ ਫਿਰ ਵੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਉਹਨੂੰ ਸੁਜੈਸ਼ਨ ਮੰਨਦੀ ਹਾਂ ਔਰ ਮੈਂ ਆਪਣੇ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਆਪ ਨੂੰ ਵਧੀਆ ਪ੍ਰੂਵ ਕਰੂੰਗੀ ਔਰ ਵਧੀਆ ਇੰਪਰੂਵ ਕਰਨ ਦਾ ਜਿਹੜਾ ਹੈਗਾ ਮੈਂ ਕੋਸ਼ਿਸ਼ ਕਰੂੰਗੀ। ਸੋ ਜਜ਼ਬਾ ਰੱਖਦੀ ਹਾਂ ਮੈਂ। ਅਤੇ ਬਾਕੀ ਮੈਂ ਕਾਂਗਰਸ, ਜੇ ਤੁਸੀਂ ਕਿਹਾ 9-10 ਜਿਹੜੇ ਦਾਅਵੇਦਾਰ ਆਏ ਹੋਏ ਨੇ, ਸੋ ਹਰ ਇੱਕ ਉਹੀ ਮੈਂ ਗੱਲ ਕਹਿ ਰਹੀ ਹਾਂ ਕਿ ਲੋਕਤੰਤਰ ਹੈ, ਕੋਈ ਵੀ ਪਾਰਟੀ ਦੇ ਵਿੱਚੋਂ ਕੋਈ ਵੀ ਆਪਣੇ ਟਿਕਟ ਦੀ ਮੰਗ ਰੱਖ ਸਕਦਾ ਹੈ। ਪਰ ਜਿਹੜੀ ਮੇਰੀ ਇੱਕੋ ਹੀ ਬੇਨਤੀ ਹੈ ਸਾਰਿਆਂ ਨੂੰ ਕਿ ਜਿਹਨੂੰ ਮਰਜ਼ੀ ਟਿਕਟ ਮਿਲੇ, ਮੈਨੂੰ ਮਿਲੇ ਜਾਂ ਕਿਸੇ ਹੋਰ ਨੂੰ ਮਿਲੇ, ਤਾਂ ਸਾਰੇ ਕਾਂਗਰਸ ਪਾਰਟੀ ਦੇ ਵਰਕਰਸ ਨੂੰ ਜਿਹੜੇ ਟਿਕਟ ਜਾਂ ਦਾਅਵੇਦਾਰ ਨੇ ਉਹਨਾਂ ਨੂੰ ਇੱਕ ਝੰਡੇ ਥੱਲੇ ਜਿਹੜਾ ਆਪਣਾ ਚੱਲ ਕੇ ਪਾਰਟੀ ਲਈ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਤਾਂ ਆਪਾਂ ਚੋਣਾਂ ਜਿੱਤ ਸਕੀਏ। ਮੈਂ 2 ਸਾਲ ਪਹਿਲਾਂ ਰਾਹੁਲ ਗਾਂਧੀ ਜੀ ਦਾ ਇੱਕ ਅਧਿਵੇਸ਼ਨ ਸੀਗਾ, ਉਹ ਅਟੈਂਡ ਕੀਤਾ ਸੀਗਾ ਦਿੱਲੀ ਦੇ ਵਿੱਚ। ਉਹਨਾਂ ਨੇ ਕਿਹਾ ਸੀ ਕਿ ਪਾਰਟੀ ਨੂੰ ਪਾਰਟੀ ਹੀ ਕਈ ਵਾਰੀ ਹਰਾ ਦਿੰਦੀ ਹੈ। ਸੋ ਇੱਦਾਂ ਦਾ ਨਾ ਕਰੀਏ, ਕਿਉਂਕਿ ਆਉਣ ਵਾਲਾ ਟਾਈਮ ਜਿਹੜਾ ਹੈਗਾ ਬੜਾ ਕਾਂਗਰਸ ਪਾਰਟੀ ਦਾ ਹੈਗਾ ਔਰ ਬਹੁਤ ਸੁਨਹਿਰਾ ਟਾਈਮ ਹੈਗਾ ਕਾਂਗਰਸ ਪਾਰਟੀ ਦੇ ਲਈ। ਕਿਉਂਕਿ ਜਿਹੜਾ ਆਮ ਆਦਮੀ ਸੀਗਾ, ਆਮ ਆਦਮੀ ਇੱਕ ਨਕਲੀ ਆਮ ਆਦਮੀ ਨੂੰ ਖਤਮ ਕਰਕੇ ਇੱਕ ਆਮ ਆਦਮੀ, ਅਸਲੀ ਆਮ ਆਦਮੀ ਦਾ ਜਿਹੜਾ ਚਿਹਰਾ ਹੈਗਾ CM ਸਾਹਿਬ ਦਾ, ਚੰਨੀ ਸਾਹਿਬ ਦਾ ਤੁਹਾਡੇ ਸਾਹਮਣੇ ਹੈ ਕਿ ਜਿਹੜੇ ਆਮ ਪਰਿਵਾਰ ਦੇ ਵਿੱਚੋਂ ਉੱਠ ਕੇ ਆਮ ਲੋਕਾਂ ਦੇ ਵਿੱਚ ਵਿਚਰਦੇ ਨੇ। ਔਰ 3-4 ਮਹੀਨੇ ਹੋ ਗਏ ਬਣਿਆ ਨੂੰ, ਮੇਰੇ ਖਿਆਲ ਸੁੱਤੇ ਹੀ ਨਹੀਂ। ਉਹ 3 ਵਜੇ ਸੌਂਦੇ ਨੇ, ਫਿਰ 7 ਵਜੇ ਫਿਰ ਕੰਮ 'ਤੇ ਹੁੰਦੇ ਨੇ। ਸੋ ਇੱਦਾਂ ਦਾ ਜਿਹੜਾ ਚਿਹਰਾ ਆਇਆ ਹੈਗਾ ਸਾਹਮਣੇ, ਔਰ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਆਮ ਆਦਮੀ ਦੀ ਸਰਕਾਰ, ਕਾਂਗਰਸ ਪਾਰਟੀ ਦੀ ਆਮ ਆਦਮੀ ਦੀ ਸਰਕਾਰ ਬਣਾਉਣ ਜਾ ਰਹੇ ਆ। ਔਰ ਸਾਡੇ ਨਵਜੋਤ ਸਿੱਧੂ ਪ੍ਰਧਾਨ ਜੀ ਨੇ, ਸੋ ਉਹ ਵੀ ਤੁਹਾਨੂੰ ਪਤਾ ਹੈ ਕਿ ਉਹਨਾਂ ਦਾ ਕਿੰਨੀ ਫੈਨ ਫੋਲੋਇੰਗ ਹੈਗੀ ਆ। ਸੋ ਜਿਹੜਾ ਭਵਿੱਖ ਹੈ ਸਾਡਾ ਬਹੁਤ ਸੁਨਹਿਰਾ, ਔਰ ਅਸੀਂ ਸਰਕਾਰ ਵੀ ਬਣਾਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ। ਜੀ ਬਿਲਕੁਲ ਮੈਮ, ਤੁਸੀਂ CM ਚੰਨੀ ਸਾਹਿਬ ਦੀ ਗੱਲ ਕੀਤੀ ਹੈ, ਜਿਵੇਂ ਕਿ ਹੁਣ ਕਾਂਗਰਸੀ ਵਰਕਰ ਹੀ ਨੇ ਜਿਹੜੇ ਉਹੀ ਉਹਨਾਂ ਤੇ ਜਿਹੜੇ ਹੈਗੇ ਨੇ ਸਵਾਲੀਆ ਨਿਸ਼ਾਨ ਲਗਾ ਰਹੇ ਨੇ ਕਿ ਇਹ ਚੁਣਾਵੀ ਸਟੰਟ ਹੈ ਜਿਹੜੇ ਉਹਨਾਂ ਵੱਲੋਂ ਵਾਅਦੇ ਕੀਤੇ ਜਾ ਰਹੇ। ਹੁਣ ਜੇ ਪਹਿਲਾਂ ਕੰਮ ਨਹੀਂ ਸੀ ਕੀਤਾ ਕਾਂਗਰਸ ਪਾਰਟੀ, ਕੈਪਟਨ ਸਾਹਿਬ ਨੇ ਤਾਂ ਕਹਿੰਦੇ ਸੀ ਕੈਪਟਨ ਸਾਹਿਬ ਨੇ ਕੰਮ ਨਹੀਂ ਕੀਤਾ। ਹੁਣ ਜੇ CM ਸਾਹਿਬ ਨੇ, ਚੰਨੀ ਸਾਹਿਬ ਨੇ ਕੰਮ ਕਰਤਾ ਇੰਨੇ ਛੋਟੇ, ਹੁਣ ਉਹ ਵੀ ਹੈਗੇ ਨਹੀਂ। ਹੁਣ ਵਿਰੋਧੀਆਂ ਨੂੰ ਤਾਂ ਕੁਝ ਹਜਮ ਹੋਣਾ ਹੀ ਨਹੀਂ, ਉਹਨਾਂ ਤਾਂ ਵਿਰੋਧ ਹੀ ਕਰਨਾ। ਸੋ ਲੈਟ them ਵਿਰੋਧ, ਉਹਨਾਂ ਨੂੰ ਕਰਨ ਦਿਓ ਵਿਰੋਧ, ਹੈ ਨਾ। ਸੋ ਆਪਾਂ ਤਾਂ ਆਪਣਾ ਕੰਮ ਕਰੀ ਜਾਈਏ। ਈਵਨ ਮੈਂ ਵੀ ਇੱਥੇ ਦੇਖਾਂ, ਮੇਰਾ ਵੀ ਵਿਰੋਧ ਹੋਣਾ ਤਾਂ, ਬਟ ਮੈਂ ਆਪਣਾ ਕੀ ਹੈ ਕਿ ਮੈਂ ਆਪਣੀ ਮਸਤ ਚਾਲ ਚੱਲਦੀ, ਮੈਂ ਆਪਣਾ ਕੰਮ ਕਰੀ ਜਾਂਦੀ ਹਾਂ। CM ਸਾਹਿਬ, ਚੰਨੀ ਸਾਹਿਬ ਉਹ ਆਪਣਾ ਕੰਮ ਕਰ ਲੱਗੇ ਹੋਏ ਨੇ, ਕੰਮ ਕਰਨ, ਉਹ ਬੋਦਰ ਹੀ ਨਹੀਂ ਕਰਦੇ। ਸੋ ਨਾ ਟਾਈਮ ਹੈਗਾ ਬੋਦਰ ਕਰਨ ਦਾ। ਮੈਂ ਵੀ ਉਸੇ ਲੈਵਲ ਦੀ ਹਾਂ, ਸੋ ਮੈਨੂੰ ਵੀ ਟਾਈਮ ਨਹੀਂ, ਮੈਂ ਵੀ ਆਪਣਾ ਕੰਮ ਕਰਦੀ ਹਾਂ। ਮੈਨੂੰ ਤਾਂ ਇਹ ਹੁੰਦਾ ਕਿ ਆਮ ਜਿਹੜੇ ਲੋਕ ਨੇ ਜਿਨ੍ਹਾਂ ਕੋਲ ਪਹੁੰਚ ਨਹੀਂ ਹੈਗੀ, ਸੋ ਉਹਨਾਂ ਦੇ ਕੰਮ ਕੀਤੇ ਜਾਣ ਔਰ ਕੰਮ ਕਰਕੇ ਉਹਨਾਂ ਨੂੰ ਆਪਣੇ ਪੱਖ ਦੇ ਵਿੱਚ ਕੀਤਾ ਜਾਵੇ। ਔਰ
ਮੈਂ ਆਪਣੇ ਮਾਨਸਾ ਦੀ ਵੀ ਗੱਲ ਕਰਦੀ ਹਾਂ ਕਿ ਮਾਨਸਾ ਮੇਰੇ ਕੋਲ ਲੋਕੀ ਇੱਦਾਂ ਦੇ ਆਉਂਦੇ ਸੀ ਜਿਹਨਾਂ ਕੋਲ ਕਿਰਾਇਆ ਵੀ ਨਹੀਂ ਸੀ ਹੁੰਦਾ। ਸੋ ਮੇਰੀ ਹਮੇਸ਼ਾ ਹੀ ਸੋਚ ਰਹਿੰਦੀ ਸੀ ਕਿ ਜਿਹੜਾ ਵਰਕਰ ਮੇਰੇ ਕੋਲ ਆ ਗਿਆ, ਗਰੀਬ ਵਰਕਰ, ਉਹਦਾ ਕਿਰਾਇਆ ਦੁਬਾਰਾ ਨਾ ਕਿਤੇ ਲੱਗ ਜੇ, ਮੈਂ ਤਾਂ ਅੱਜ ਹੀ ਕੰਮ ਕਰਾ ਕੇ ਭੇਜਾਂ। ਸੋ ਉਹੀ ਸੋਚ ਨੂੰ ਲੈ ਕੇ ਉਹ ਕਹਿੰਦੇ ਨੇ ਕਿ ਸੇਵਾ, ਕਾਂਗਰਸ ਜੇ ਰਾਜਨੀਤੀ ਨੂੰ ਸੇਵਾ ਸਮਝ ਕੇ ਕਰਾਂਗੇ, ਮੇਰੇ ਖਿਆਲ ਰਾਜਨੀਤੀ ਇੱਕ ਬਹੁਤ ਹੀ ਵਧੀਆ ਲਾਈਨ ਆ। ਸੋ ਉਸ ਸੇਵਾ ਭਾਵਨਾ ਨੂੰ ਲੈ ਕੇ ਚੱਲੇ ਹਾਂ ਔਰ ਸੇਵਾ ਹੀ ਕਰ ਰਹੇ ਹਾਂ ਔਰ ਪਰਮਾਤਮਾ ਅੱਗੇ ਅਰਦਾਸ ਵੀ ਹਮੇਸ਼ਾ ਹੀ ਕਰਦੇ ਹਾਂ ਕਿ ਸੇਵਾ। ਜੀ ਬਿਲਕੁਲ, ਜੇ ਆਪਾਂ ਹਲਕਾ ਮੌੜ ਦੀ ਗੱਲ ਕਰ ਲਈਏ, ਅਕਸਰ ਇਸ 'ਤੇ ਸਵਾਲ ਉਠਾਇਆ ਜਾਂਦਾ ਕਿ ਹਲਕਾ ਮੌੜ ਦੇ ਵਿੱਚ ਪੈਰਾਸ਼ੂਟ ਰਾਹੀਂ ਜਿਹੜਾ ਹੈਗਾ ਉਮੀਦਵਾਰ ਲਿਆਂਦਾ ਜਾਂਦਾ, ਪਹਿਲਾਂ ਵੀ ਅਜਿਹਾ ਹੋਇਆ ਹੈਗਾ। ਪੈਰਾਸ਼ੂਟ ਮੇਰੇ ਖਿਆਲ ਮਾਨਸਾ ਤੋਂ ਚੱਲ ਕੇ ਇੱਥੇ ਮੌੜ ਤਾਂ ਨਹੀਂ ਆਉਂਦਾ ਹੈਗਾ। ਜੇ ਆਪਾਂ ਕਹੀਏ ਕਿ ਪੈਰਾਸ਼ੂਟ ਮਾਨਸਾ ਤੋਂ ਉਡਾਉਣਾ ਪਊਗਾ ਅਤੇ ਮੌੜ 'ਤੇ ਆਉਣ ਲਈ ਪੈਰਾਸ਼ੂਟ ਦੇ ਰਾਹੀਂ ਆਉਣਾ ਪਊਗਾ, ਅਤੇ ਪੈਰਾਸ਼ੂਟ ਦਾ ਤਾਂ ਆਪਾਂ ਉਹਨੂੰ ਕਹਾਂਗੇ ਕਿ ਉੱਥੋਂ ਇੰਗਲੈਂਡ ਤੋਂ ਚੱਕ ਕੇ ਇੱਥੇ ਲਿਆਂਦਾ, ਤਾਂ ਉਹਨੂੰ ਤਾਂ ਤੁਸੀਂ ਪੈਰਾਸ਼ੂਟ ਕਹਿ ਸਕਦੇ ਹੋ। ਜੇ ਤੁਸੀਂ ਪੈਰਾਸ਼ੂਟ ਮਾਨਸਾ ਤੋਂ ਮੌੜ ਤੱਕ ਉਡਾਉਣਾ ਜਾਣਦੇ ਹੋ, ਕੌਣ ਉਡਾਉਣਾ ਜਾਣਦਾ ਮੈਨੂੰ ਨਹੀਂ ਪਤਾ ਹੈਗਾ, ਅਤੇ ਉਹ ਤੁਸੀਂ ਉਹਨਾਂ ਨੂੰ ਸਵਾਲ ਕਰਿਓ ਜਿਹੜਾ ਪੈਰਾਸ਼ੂਟਰ ਹੀ ਕਹਿੰਦੇ ਨੇ। ਹਲਕਾ ਮੌੜ ਦੇ ਵਿਕਾਸ ਦੀ ਗੱਲ ਕਰ ਲਈਏ ਤੇ ਉਹ ਲੋਕਾਂ ਦਾ ਇਹ ਵੀ ਸਵਾਲ ਹੈਗਾ ਕਿ ਵਿਕਾਸ ਪੱਖੋਂ ਆ ਜਿਹੜਾ ਹਲਕਾ ਮੌੜ ਪਛੜਿਆ ਹੋਇਆ ਹੈਗਾ। ਉਹ ਕਿਹੜੇ ਲੋਕ ਨੇ ਮੈਨੂੰ ਦਿਖਾ ਦਿਓ, ਕਿਉਂਕਿ ਮੈਂ ਤਾਂ ਨਹੀਂ ਇਸ ਗੱਲ ਨੂੰ। ਮੇਰੇ ਨਾਲ ਬੈਠੇ ਨੇ ਸਾਡੇ ਵਾਈਸ ਪ੍ਰਧਾਨ ਬੈਠੇ ਨੇ, ਸਾਡੇ ਆ ਬੈਠੇ ਨੇ ਕਿ ਉਹਦੇ ਲਾਈਨਮੈਨ ਯੂਨੀਅਨ ਦੇ ਪ੍ਰਧਾਨ ਬੈਠੇ ਨੇ, ਸਾਡੇ ਨਗਰ ਕੌਂਸਲ ਦੇ ਵਾਈਸ ਬੈਠੇ ਨੇ, ਸਾਡੇ ਬਲਾਕ ਸੰਮਤੀ ਦੇ ਬੈਠੇ ਨੇ, ਤੁਸੀਂ ਸਾਰੇ MC ਸਾਹਿਬ ਬੈਠੇ ਨੇ, ਸਾਡਾ ਯੂਥ ਦਾ ਮੁੰਡਾ ਬੈਠੇ ਹੈਗੇ ਨੇ, ਰਾਜ ਸਭ ਬੈਠੇ ਨੇ। ਮੈਂ ਇਹਨਾਂ ਨੂੰ ਬੁਲਾਇਆ, ਸਾਡੇ MC ਸਾਹਿਬ ਬੈਠੇ ਨੇ। ਤਾਂ ਮੈਨੂੰ ਨਹੀਂ ਲੱਗਦਾ ਕਿ ਉਹੀ ਫਿਰ ਵਿਰੋਧੀਆਂ ਵਾਲੀ ਗੱਲ ਆ ਜਾਂਦੀ ਕਿ ਵਿਰੋਧੀਆਂ ਨੇ ਤਾਂ ਤੰਜ ਕੱਸਣਾ ਹੀ ਹੈ। ਤੁਸੀਂ ਗਏ ਹੋਗੇ ਵਿਰੋਧੀਆਂ ਕੋਲ, ਗਏ ਹੋਗੇ ਅਕਾਲੀ ਦਲ ਆਮ ਆਦਮੀ ਕੋਲ ਚਲੇ ਗਏ ਹੋਗੇ, ਸੋ ਉਹਨਾਂ ਨੇ ਤਾਂ ਕਹਿਣਾ ਹੀ ਕਿ ਵਿਕਾਸ ਨਹੀਂ ਹੋਇਆ, ਬਿਕੋਜ਼ ਕੋਈ ਉਹਨਾਂ ਕੋਲ ਕੁਛ ਮੁੱਦਾ ਹੀ ਨਹੀਂ ਬਚਿਆ, ਕਿ ਕੋਈ ਗੱਲ ਹੀ ਨਹੀਂ ਬਚੀ ਕਹਿਣ ਨੂੰ ਕਿ ਅਸੀਂ ਕਿਸ ਮੁੱਦੇ 'ਤੇ ਅਸੀਂ ਵੋਟਾਂ ਮੰਗੀ। ਅਕਾਲੀ ਦਲ ਦਾ ਤੁਸੀਂ ਚਾਰੇ ਪਾਸੇ ਵਿਰੋਧ ਹੈ ਨਾ। ਸੋ ਜਿਹੜੇ ਇਹਨਾਂ ਨੇ ਆਪਣਾ ਪਹਿਲਾਂ ਕਰਵਾਏ ਨੇ, ਆਪਣੇ ਬਾਈਬਲ ਕਲਾ ਕਾਂਡ ਕਰਵਾਏ, ਹੋਰ ਗੋਲੀਆਂ ਚਲਵਾਈਆਂ ਉਹਨਾਂ 'ਤੇ ਨਿਹੱਥਿਆਂ 'ਤੇ, ਤਾਂ ਸੋ ਉਸ ਦਾ ਵਿਰੋਧ ਹੈਗਾ। ਅਤੇ ਬਾਕੀ ਹਰਸਿਮਰਤ ਕੌਰ ਬੀਬਾ ਜੀ ਪਹਿਲਾਂ ਉੱਥੇ ਸਾਈਨ ਕਰੇ, ਉਸ ਤੋਂ ਬਾਅਦ ਆਪਣਾ ਰਿਜ਼ਾਈਨ ਦੇ ਕੇ ਆ ਗਏ ਮੰਤਰੀ ਤੋਂ ਕਿ ਸਾਨੂੰ ਪਿੰਡਾਂ 'ਚ ਨਹੀਂ ਵੜਨ ਦਿੱਤਾ ਜਾਂਦਾ, ਕਿ ਮੈਂ ਪਿੰਡਾਂ 'ਚ ਕਿਸ ਤਰ੍ਹਾਂ ਵੜ ਜਾ। ਪਰ ਫਿਰ ਵੀ ਲੋਕ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਜਿਹੜਾ ਹੁਣ ਦਾ ਜਿਹੜਾ ਯੂਥ ਹੈ, ਹੁਣ ਦਾ ਜਿਹੜੇ ਕਿਸਾਨ ਹੈ, ਕਿਸੇ ਨੇ ਵਪਾਰੀ ਹੈ, ਹਰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਸਮਝਦੇ ਨੇ। ਤਾਂ ਇੱਕ ਮੁੱਦਾ ਬਣਾਉਣ ਦੇ ਲਈ ਕਿ ਅਸੀਂ ਕਿਸ ਤਰ੍ਹਾਂ ਕੁਛ ਬੋਲੀਏ ਜਾ ਕੇ, ਸੋ ਉਸ ਦੇ ਲਈ ਕਹਿੰਦੇ ਨੇ ਕਿ ਵਿਕਾਸ ਨਹੀਂ ਹੋਇਆ। ਸੋ ਆਮ ਆਦਮੀ ਪਾਰਟੀ ਦਾ ਵੀ ਚਿਹਰਾ ਤੁਹਾਡੇ ਸਾਹਮਣੇ ਹੈਗਾ ਕਿ ਕਿਸ ਤਰ੍ਹਾਂ ਦੋਗਲੀਆਂ ਗੱਲਾਂ ਹੁੰਦੀਆਂ ਨੇ ਹਮੇਸ਼ਾ, ਹੈ ਨਾ। ਅਤੇ ਜਿਵੇਂ ਕਹਿੰਦੇ ਨੇ ਕਿ ਹਰਿਆਣਾ ਦਾ ਪਾਣੀ ਜੇ ਉੱਥੇ ਦਿੱਲੀ 'ਚ ਹੋਏ ਤਾਂ ਹਰਿਆਣਾ ਦਾ ਪਾਣੀ, ਹਰਿਆਣਾ ਨੂੰ ਪੰਜਾਬ ਦਾ ਪਾਣੀ ਦਿੱਲੀ ਨੂੰ ਚਾਹੀਦਾ, ਪੰਜਾਬ ਤੋਂ ਪਾਣੀ। ਸੋ ਇੱਦਾਂ ਦੋਗਲੀਆਂ ਗੱਲਾਂ ਕਰਕੇ ਤਾਂ ਪਰ ਦੋਗਲਾ ਜਿਹੜਾ ਚਿਹਰਾ ਸਾਹਮਣੇ ਆ ਰਿਹਾ। ਅਤੇ ਬਾਕੀ ਮੇਰੇ ਖਿਆਲ ਦੇ ਵਿੱਚ ਅਸੀਂ ਤਾਂ ਵਿਕਾਸ ਕਰ ਰਹੇ ਹਾਂ। ਜੇ ਮੈਨੂੰ ਪੁੱਛਦੇ ਹੋ ਜਾਂ ਬਾਕੀ ਸਾਡੇ ਸਾਰੇ ਕਿਸੇ ਹੋਰ ਨੂੰ ਵੀ ਰੈਂਡਮਲੀ ਕਿਸੇ ਨੂੰ ਪੁੱਛ ਲਓ, ਬਾਹਰ ਵੀ ਖੜੇ ਲੋਕੀ, ਉਹਨਾਂ ਨੂੰ ਵੀ ਪੁੱਛ ਲਿਓ, ਤਾਂ ਜਿਹੜਾ ਜੋ ਸਾਡੇ ਕੋਲ ਇੱਕ ਸੇਵਾਦਾਰ ਹੋਣ ਦੇ ਨਾਤੇ ਜੋ ਅਸੀਂ, ਕਿਉਂਕਿ ਬਿਕੋਜ਼ ਕੌਂਸਟੀਟਿਊਸ਼ਨਲ ਪਾਵਰ ਦਾ ਫ਼ਰਕ ਹੁੰਦਾ ਕਿ MLA ਦਾ ਫ਼ਰਕ ਹੁੰਦਾ, ਪਰ ਅਸੀਂ ਜਿਹੜਾ ਹੈਗਾ ਵਿਕਾਸ ਆਪਣੇ ਵੱਲੋਂ ਜੋ ਵੀ ਅਸੀਂ ਕਰ ਸਕਦੇ ਹਾਂ, ਇੱਕ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰਦੇ ਹੋਏ, ਇੱਕ ਇੱਥੇ ਦੀ ਹਲਕਾ ਸੇਵਾਦਾਰ ਹੁੰਦੇ ਹੋਏ, ਤਾਂ ਆਪਣੇ ਵੱਲੋਂ ਮੈਂ ਪੂਰੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਆਪਣੇ ਵਰਕਰਸ 'ਤੇ ਕੰਮ ਕਰਾਂ। ਜੀ ਹਲਕਾ ਮੌੜ ਦੇ ਵਿੱਚ ਆਪਾਂ ਗੱਲ ਕਰ ਲਈਏ ਤੁਹਾਡੀ, ਕਿ ਤੁਹਾਡੀ ਉਮੀਦਵਾਰੀ ਐਲਾਨੀ ਜਾਂਦੀ ਹੈ, ਇਸ ਤੋਂ ਉਮੀਦਵਾਰ ਤੁਸੀਂ ਐਲਾਨ ਦਿੱਤੇ ਜਾਂਦੇ ਹੋ, ਤੁਸੀਂ ਕੀ ਏਜੰਡਾ ਲੈ ਕੇ ਹਲਕਾ ਮੌੜ ਦੇ ਲੋਕਾਂ ਵਿੱਚ ਜਾਓ? ਜੇ ਪ੍ਰਮਾਤਮਾ ਵਾਹਿਗੁਰੂ ਮਿਹਰ ਕਰਦੇ ਨੇ ਮੇਰੇ 'ਤੇ ਕਿ ਮੈਨੂੰ ਇੱਥੋਂ ਦੀ ਸੇਵਾ ਕਰਨ ਦਾ ਮੌਕਾ ਮਿਲਦਾ, ਮੈਨੂੰ ਉਮੀਦਵਾਰ ਐਲਾਨਿਆ ਜਾਂਦਾ ਜਾਂ ਮੈਨੂੰ ਅੱਗੇ ਸੇਵਾ ਕਰਨ ਦਾ ਮੌਕਾ ਮਿਲਦਾ, ਤਾਂ ਆ ਤਾਂ ਮੇਰੇ ਲਈ ਬਹੁਤ ਛੋਟੇ ਜਿਹੇ ਕੰਮ ਨੇ ਕਿ ਨਾਲੀਆਂ ਹੋ ਗਈਆਂ, ਗਲੀਆਂ ਹੋ ਗਈਆਂ, ਸੜਕਾਂ ਹੋ ਗਈਆਂ, ਬਦਲੀਆਂ ਹੋ ਗਈਆਂ, ਕੋਈ ਇਹ ਹੋ ਗਿਆ, ਉਹ ਹੋ ਗਿਆ, ਅਤੇ ਮੇਰੇ ਲਈ ਬਹੁਤ ਛੋਟੇ ਜਿਹੇ ਕੰਮ ਨੇ ਗਏ। ਮੈਂ ਉਹ ਪਹਿਲਾਂ ਵੀ ਕਰਾਉਂਦੀ ਰਹੀ ਹਾਂ, ਪਰ ਇੱਕ ਕੌਂਸਟੀਟਿਊਸ਼ਨਲ ਪਾਵਰ ਜਦੋਂ ਮਿਲ ਗਈ, ਜਦੋਂ ਮੈਂ ਅਸੈਂਬਲੀ ਦੇ ਵਿੱਚ ਬੈਠੂੰਗੀ, ਤਾਂ ਮੇਰਾ ਮੁੱਦਾ ਹਮੇਸ਼ਾ ਇਹੀ ਮੇਰੀ ਸੋਚ ਰਹਿੰਦੀ ਆ ਕਿ ਮੈਂ ਇੱਥੇ ਲਈ ਕੁਛ ਇੱਦਾਂ ਦਾ ਮੰਗ ਲਾਂ ਕਿ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ। ਤਾਂ ਜਿਹੜੇ ਬੱਚੇ ਪੜ੍ਹੇ ਲਿਖੇ ਹੈਗੇ ਆ, ਕੋਈ ਇੱਦਾਂ ਦੇ ਗਰੀਬ ਪਰਿਵਾਰਾਂ ਦੇ ਬੱਚੇ ਆ ਜਿਹੜੇ ਲੇਬਰ ਦੇ ਨਾਲ ਪੜ੍ਹੇ, ਆਪਣੀ ਲੇਬਰ ਕਰ ਕਰਕੇ ਉਹਨਾਂ ਦੇ ਮਾਪਿਆਂ ਨੇ ਫੀਸਾਂ ਦੇ ਕੇ ਪੜ੍ਹਾਇਆ, ਸੋ ਉਹਨਾਂ ਲਈ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਾਉਣਾ ਸੋ ਮੇਰੀ ਪਹਿਲੀ ਨੈਤਿਕ ਜ਼ਿੰਮੇਵਾਰੀ ਹੋਊਗੀ। ਕਿਉਂਕਿ ਜਦ ਕਹਿੰਦੇ ਨੇ ਕਿ ਅਸਲੀ ਵਿਕਾਸ ਉਦੋਂ ਹੁੰਦਾ ਜਦੋਂ ਕਿਸੇ ਘਰ ਦਾ ਬੱਚਾ, ਗਰੀਬ ਘਰ ਦਾ ਬੱਚਾ 20-25 ਹਜ਼ਾਰ ਆਪਣੇ ਘਰ ਲੈ ਕੇ ਆਵੇ ਔਰ ਉਸ ਘਰ ਦਾ ਚੁੱਲ੍ਹਾ ਜਲੇ, ਵਧੀਆ ਜਲੇ ਔਰ ਰੋਟੀ ਵਧੀਆ ਖਾਵੇ, ਤਾਂ ਅਸਲੀ ਵਿਕਾਸ ਜਿਹੜਾ ਹੈਗਾ ਉਹ ਉਦੋਂ ਹੀ ਮੰਨਿਆ ਜਾਊਗਾ। ਕਿਉਂਕਿ ਜਿਹੜੀਆਂ ਗਲੀਆਂ ਵੀ ਰਿਪੇਅਰ ਹੋਣੀਆਂ, ਨਾਲੀਆਂ, ਇਹ ਤਾਂ ਰੂਟੀਨ ਦੇ ਵਿੱਚ 70 ਸਾਲਾਂ ਤੋਂ ਰਿਪੇਅਰ ਹੁੰਦੀਆਂ ਆ ਰਹੀਆਂ ਨੇ, ਹੋਣਗੀਆਂ। ਸੋ ਮੈਂ ਤਾਂ ਤੁਹਾਨੂੰ ਇੱਕ ਗੱਲ ਕਰਨਾ ਚਾਹੂੰਗੀ, ਇੱਥੇ ਸੁੱਖਾ ਸਿੰਘ ਵਾਲੇ ਪਿੰਡ ਹੈਗਾ, ਸੁੱਖਾ ਸਿੰਘ ਵਾਲਾ ਮੇਰੇ ਮੌੜ ਹਲਕੇ ਦੇ ਵਿੱਚ ਆ। ਪਿਛਲੇ ਸਾਲ ਮੈਂ ਕਿਸੇ ਘਰ ਦੇ ਵਿੱਚ ਬਿਮਾਰ ਦਾ ਕਿਤੇ ਪਤਾ ਲੈਣ ਗਈ ਸੀ, ਤਾਂ ਉੱਥੇ ਸਰਪੰਚ ਸਾਹਿਬ ਆ ਗਏ, ਤਾਂ ਸਰਪੰਚ ਸਾਹਿਬ ਮੈਨੂੰ ਆਪਣੇ ਘਰ ਲੈ ਗਏ। ਉੱਥੇ ਪੂਰੀ ਟੀਮ ਉਹਨਾਂ ਦੀ ਲਾਈਕ ਮੈਂਬਰਸ ਵੀ ਸੀਗੇ, ਉਹਨਾਂ ਨੇ 5-7 ਹੋਰ ਲੇਡੀਜ਼ ਬੁਲਾ ਲਈਆਂ ਜਿਹਨੇ ਸ਼ਾਰਟ ਟਾਈਮ ਦੇ ਵਿੱਚ ਸੀਗਾ। ਤਾਂ ਉੱਥੇ ਉਹਨਾਂ ਨੇ ਮੈਨੂੰ ਕਿਹਾ ਕਿ ਲੇਡੀਜ਼ ਨੇ ਕਿ ਮੈਮ ਸਾਡਾ ਨਾ ਇੱਕ ਇੱਥੇ ਬੱਸ ਨਹੀਂ ਰੁਕਦੀ ਸਾਡੇ ਪਿੰਡ,
ਤੇ ਬੜੇ ਇਨਾਮ ਮਿਲੇ ਨੇ ਉਸ ਪਿੰਡ ਨੂੰ ਸਫਾਈ ਦੇ ਤੌਰ ਤੇ ਸਾਡੀ ਬੱਸ ਰੋਕਣ ਲਾ ਦਿਓ। ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਇੱਕ ਚੈਲੰਜ ਕਰਿਆ ਸੀ, ਮੈਂ ਕਿਹਾ ਮੈਂ ਉਦੋਂ ਤੁਹਾਡੇ ਪਿੰਡ 'ਚ ਵੜੂੰਗੀ ਜਦ ਤੁਹਾਡੇ ਇੱਥੇ ਬੱਸ ਸਟੈਂਡ ਬਣ ਗਿਆ ਔਰ ਬੱਸ ਅੱਡਾ ਬਣ ਗਿਆ ਬੱਸ। ਤਾਂ ਮੇਰਾ ਖਿਆਲ ਹੈ ਕਿ ਮੈਂ ਉਹਨਾਂ ਨੇ ਵੀ ਕੁਐਸਚਨ ਕਰ ਲਿਆ ਕਿ ਤੁਹਾਡੇ ਪਹਿਲਾਂ ਇੱਕ ਮੰਤਰੀ ਵੀ ਰਹੇ ਨੇ, ਤੁਹਾਡੇ MP ਵੀ ਇੱਥੋਂ ਰਹੇ ਨੇ, ਕੀ ਤੁਸੀਂ ਪਹਿਲਾਂ ਕਦੀ ਕੁਐਸਚਨ ਨਹੀਂ ਕੀਤਾ ਤੁਹਾਡੇ MLA ਰਹੇ? ਤਾਂ ਉਹ ਕਹਿੰਦੇ ਸੀ ਹਰ ਇੱਕ ਨੂੰ ਆਹੀ ਇੱਕ ਬੇਨਤੀ ਕਰਦੇ ਹਾਂ ਕਿ ਸਾਡਾ ਇੱਕ ਬੱਸ ਸਟੈਂਡ ਬਣਾ ਦਿਓ, ਬਣਾ ਨਹੀਂ ਪਾਉਂਦੇ। ਮੈਂ ਕਿਹਾ ਇੱਦਾਂ ਕਿੰਦਾ ਕੰਮ ਹੈਗਾ। ਬਟ ਦੇਖੋ ਤੁਸੀਂ, ਮੈਂ 3 ਮਹੀਨਿਆਂ ਬਾਅਦ ਉੱਥੇ ਬੱਸ ਵੀ ਰੁਕਣ ਲੱਗ ਗਈ, ਬੱਸ ਦਾ ਟਿਕਟ ਦੇ ਵਿੱਚ ਨਾਮ ਵੀ ਪੈ ਗਿਆ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਜੇ ਲੀਡਰ ਚਾਹੇ ਜਾਂ ਸੇਵਾਦਾਰ ਚਾਹੇ ਤਾਂ ਕਿਹੜਾ ਕੰਮ ਨਹੀਂ ਹੋ ਸਕਦਾ। ਸੋ ਉਸ ਕੰਮ ਨੂੰ ਪਰਮਾਤਮਾ ਨੇ ਜਾਂ ਮੇਰੇ ਹੱਥੋਂ ਕਰਵਾਉਣਾ ਸੀ। ਜਦ ਦਾ ਦੇਸ਼ ਆਜ਼ਾਦ ਹੈ ਉਦੋਂ ਤੱਕ ਦਾ ਬੱਸ ਅੱਡਾ ਨਹੀਂ ਸੀਗਾ। ਸੋ ਪਰਮਾਤਮਾ ਦੀ ਮਿਹਰ ਦੇ ਨਾਲ ਵੈਗੁਰੂ ਦੀ ਮਿਹਰ, ਸੋ ਬੱਸ ਅੱਡਾ ਬਣ ਕੇ ਬੱਸ ਰੁਕਦੀ ਵੀ ਆ, ਸਾਰਾ ਕੁਛ ਹੁੰਦਾ। ਸੋ ਹੁਣ ਕਮਾਲੂ ਪਿੰਡ ਦੀ ਗੱਲ ਕਰ ਲੈਂਦੇ ਹਾਂ। ਤੇ ਕਮਾਲੂ ਪਿੰਡ ਤੋਂ ਸਾਡੇ MLA ਸਾਹਿਬ ਨੇ, ਤਾਂ ਉੱਥੇ ਇੱਕ ਅਕਾਲੀ ਦਲ ਦੇ ਜਿਹੜੇ ਮੰਤਰੀ ਰਹੇ ਨੇ ਸੇਖੋ ਸਾਹਿਬ, ਉਹਨਾਂ ਨੇ ਇੱਕ ਗਲੀ ਛੱਡ ਰੱਖੀ ਸੀ, ਉੱਥੇ ਕਾਂਗਰਸੀਆਂ ਦੇ ਘਰ ਨੇ। ਸੋ ਬਹੁਤ ਛੋਟੀ ਸੋਚ ਹੈ ਮੇਰੇ ਖਿਆਲ ਦੇ ਵਿੱਚ। ਤਾਂ ਉੱਥੇ ਵੀ ਮੈਂ ਗਈ ਸੀ ਤਾਂ ਮੈਨੂੰ ਦਿਖਾਇਆ ਉਹਨਾਂ ਨੇ ਤਾਂ ਗਲੀ, ਤਾਂ ਜਿਹੜੀ ਗਲੀ ਵੀ ਹੁਣ ਬਣ ਕੇ ਤਿਆਰ ਆ। ਸੋ ਜੇ ਹੁਣ ਇਸ ਤੋਂ ਬਾਅਦ ਪ੍ਰਤੱਖ ਨੂੰ ਪ੍ਰਮਾਣ ਦੀ ਕਹਿੰਦੇ ਨੇ ਕਿ ਜ਼ਰੂਰਤ ਨਹੀਂ ਹੁੰਦੀ। ਬਾਕੀ ਤੁਸੀਂ ਆਪ ਪਿੰਡਾਂ ਦੇ ਵਿੱਚ ਜਾਓ, ਸੱਥਾਂ ਦੇ ਵਿੱਚ ਜਾਓ, ਜੇ ਤੁਸੀਂ ਸੇਵਾਦਾਰ ਦੀ ਗੱਲ ਕਰਦੇ ਹੋ, ਸੱਥਾਂ ਵਾਲੇ ਲੋਕ ਤੁਹਾਨੂੰ ਦੱਸਣਗੇ ਇੱਥੇ ਜਿਹੜਾ ਮੁੱਖ ਸੇਵਾਦਾਰ ਆ, ਜਿਹੜੇ 11 ਫਿਰਦੇ ਨੇ, ਉਹਨਾਂ ਵਿੱਚੋਂ ਕੌਣ ਆ। ਜਿਵੇਂ ਕਿ ਤੁਸੀਂ ਕੰਮਾਂ ਦੀ ਗੱਲ ਕੀਤੀ ਹੈ, ਇੱਕ ਸਿਵਲ ਹਸਪਤਾਲ ਹੈਗਾ ਮੋੜ ਦਾ, ਉਹ ਵੀ ਇੱਕ ਸਵਾਲਾਂ ਦੇ ਘੇਰੇ 'ਚ ਹੈਗਾ। ਉਸ ਦਾ ਜਿਹੜੇ ਕਹਿੰਦੇ ਆ ਉੱਥੇ ਡਾਕਟਰ ਨਹੀਂ ਹੈਗੇ, ਪੂਰੀ ਸਹੂਲਤ ਹੈ ਜਿਹੜੀ ਇੱਥੋਂ ਦੇ ਲੋਕਾਂ ਨੂੰ ਨਹੀਂ ਮਿਲਦੀ। ਸੋ ਉਹ ਜਿਹੜਾ ਸਿਵਲ ਹਸਪੀਟਲ ਹੈ ਉਹਦੀ ਵੀ ਜਿਹੜੀ ਅਪਗ੍ਰੇਡੇਸ਼ਨ ਦੀ ਹੋਈ ਸੀ ਗੱਲ, ਪਟ ਕੇ ਵਿੱਚ ਨੂੰ ਥੋੜ੍ਹਾ ਸਾਡਾ ਚੇਂਜ ਪਾਰਟੀ ਦੇ ਵਿੱਚ ਆਇਆ, ਉਸ ਕਰਕੇ ਹਸਪੀਟਲ ਜਿਹੜੇ ਅਪਗ੍ਰੇਡ ਦੀ ਲੈਟਰ ਵੀ ਸੀਗੀ ਉਹ ਰੈਡੀ ਹੋ ਗਈ ਸੀ। ਸੋ ਉਹ ਵਿੱਚ ਕਿਤੇ ਨਾ ਕਿਤੇ ਕੰਮ ਰਹਿ ਗਿਆ ਹੈਗਾ। ਪਰ ਜਿਹੜਾ ਤੁਸੀਂ ਨਾਲ ਜੋਬ ਦੇ ਨਾਲ ਹੈਗਾ, ਆਫਕੋਰਸ ਜਿਹੜਾ ਹਸਪਤਾਲ ਹੈਗਾ, ਇਹ ਮੁੱਢਲੇ ਕੰਮ ਨੇਗੇ ਜਿੱਦਾਂ ਬੁਨਿਆਦੀ ਸਹੂਲਤਾਂ ਨੇ ਲੋਕਾਂ ਨੂੰ ਚਾਹੀਦੀਆਂ ਨੇ। ਸੋ ਸਾਡਾ ਜਿਹੜਾ ਬੱਸ ਸਟੈਂਡ ਵਾਲਾ ਕੰਮ ਹੈ ਉਹ ਹੋ ਗਿਆ ਹੈਗਾ ਕਿ ਬੱਸ ਸਟੈਂਡ ਦੇ ਲਈ ਸਾਡੇ ਕੋਲ 80-90 ਲੱਖ ਦੀ ਗ੍ਰਾਂਟ ਆ ਗਈ ਹੈ। ਉਹਦਾ ਅਸੀਂ ਨਵੀਨੀਕਰਨ ਜ਼ਰੂਰ ਜਲਦੀ ਸ਼ੁਰੂ ਕਰ ਦਾਂਗੇ ਆਉਣ ਵਾਲੇ 1 ਹਫ਼ਤੇ ਦੇ ਵਿੱਚ। ਔਰ ਬਾਕੀ ਜਿਹੜਾ ਹਸਪੀਟਲ ਵਾਲਾ ਹੈ ਅਪਗ੍ਰੇਡ ਕਰਨ ਵਾਲਾ, ਬਿਕੋਜ਼ ਇਹ ਵੱਡਾ ਪ੍ਰੋਜੈਕਟ, ਇਹਦੇ ਵਿੱਚ ਕੁਝ ਟੈਕਨੀਕਲ ਪ੍ਰੋਬਲਮ ਇਹ ਸੀ ਕਿ ਜਿਹੜੀ ਜ਼ਮੀਨ ਨਾਲ ਦੀ ਹੈਗੀ ਆ ਉਹ ਦੂਜੇ ਡਿਪਾਰਟਮੈਂਟ ਦੀ ਆ, ਉਹਨੂੰ ਲੈ ਕੇ ਟਰਾਂਸਫਰ ਕਰਕੇ ਕਰਾਉਣਾ ਸੀਗਾ, ਉਸ ਕਰਕੇ ਤੇ ਉਹ ਕੰਮ ਰੁਕਿਆ। ਸੋ ਉਹਨੂੰ ਟਰਾਂਸਫਰ ਕਰਕੇ ਹਸਪੀਟਲ ਦੇ ਜਿਹੜੇ ਹੈਲਥ ਡਿਪਾਰਟਮੈਂਟ ਨੂੰ ਦੇ ਕੇ ਉਸ ਤੋਂ ਬਾਅਦ ਵੱਡਾ ਹਸਪਤਾਲ ਉੱਥੇ ਬਣਾ ਦਿੱਤਾ ਜਾਊਗਾ। ਇਹ ਮੇਰਾ ਆਉਣ ਵਾਲੇ ਟਾਈਮ ਦੇ ਵਿੱਚ ਮੌੜ ਦੇ ਲੋਕਾਂ ਦੇ ਨਾਲ ਵਾਅਦਾ ਹੈਗਾ ਜੀ। ਤੁਸੀਂ ਗੱਲ ਕੀਤੀ ਹੈਗੀ ਆਉਣ ਵਾਲੇ ਸਮੇਂ ਦੀ, ਜਿਵੇਂ ਕਿ ਦੇਖ ਲਈਏ ਆਪਾਂ 2022 ਦੀਆਂ ਚੋਣਾਂ ਜਿਹੜੀਆਂ ਨਜ਼ਦੀਕ ਆ ਗਈਆਂ ਹੈਗੀਆਂ, ਪਰ ਪਾਰਟੀ ਦੇ ਵਿੱਚ ਜਿਹੜੀ ਦਫਾੜ ਚੱਲ ਰਹੀ ਹੈ, ਕੀ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਫਿਰ ਤੋਂ ਜਿਹੜੀ ਕਾਂਗਰਸ ਹੈ ਇੱਕ ਵਾਰ ਫਿਰ ਕਾਮਯਾਬ ਹੋਏਗੀ? ਪਰਿਵਾਰ ਦੇ ਵਿੱਚ ਦੋ ਫਾੜ ਤੁਸੀਂ ਉਹਨੂੰ ਕਹਿੰਦੇ ਆ ਆਪਣੀ ਜਿਹੜਾ ਕਹਿੰਦੇ ਨੇ ਕਿ ਕਈ ਵਾਰੀ ਮਤਭੇਦ ਹੁੰਦਾ ਹੈ ਨਾ। ਸੋ ਪਰਿਵਾਰ ਦੇ ਵਿੱਚ ਜਿਵੇਂ ਮਤਭੇਦ ਹੁੰਦਾ, ਇਸੇ ਤਰ੍ਹਾਂ ਮਤਭੇਦ ਹੋ ਸਕਦਾ, ਬਟ ਆਪਾਂ ਇਹ ਨਹੀਂ ਕਹਿ ਸਕਦੇ। ਪਰ ਜਿਹੜੀ ਚੋਣਾਂ ਲੜਾਂਗੇ ਅਸੀਂ ਯੂਨਾਈਟ ਹੋ ਕੇ ਲੜਾਂਗੇ, ਇਕੱਠੇ ਹੋ ਕੇ ਲੜਾਂਗੇ। ਜਿਸ 'ਤੇ ਪਰਿਵਾਰ ਦੇ ਵਿੱਚ ਕੋਈ ਵਿਆਹ ਆਉਂਦਾ ਜਾਂ ਮੁਸੀਬਤ ਆਉਂਦੀ ਹੈ ਤਾਂ ਪਰਿਵਾਰ ਦੇ ਮੈਂਬਰ ਉਵੇਂ ਜਿਹੜੇ ਲੜੇ ਹੁੰਦੇ ਨੇ ਇਕੱਠੇ ਹੋ ਜਾਂਦੇ ਨੇ। ਤਾਂ ਸੇਮ ਵੇ ਜੋ ਸਾਡੇ ਇਲੈਕਸ਼ਨ ਨੇ ਉਸ ਵਿੱਚ ਅਸੀਂ ਇਕੱਠੇ ਹੋ ਕੇ ਲੜਾਂਗੇ ਔਰ ਆਉਣ ਵਾਲੇ ਟਾਈਮ ਦੇ ਵਿੱਚ ਪੂਰੀ ਜਿੱਤ ਪ੍ਰਾਪਤ ਬਹੁਮਤ ਦੇ ਨਾਲ ਅਸੀਂ ਸਰਕਾਰ ਬਣਾਵਾਂਗੇ। ਜੀ, ਕੀ ਤੁਹਾਨੂੰ ਲੱਗਦਾ ਕਿ ਜਿਹੜੇ ਹੁਣ ਵਿਰੋਧਤਾ ਕਰ ਰਹੇ ਆ ਤੁਹਾਡੇ ਨਾਲ ਖੜਨਗੇ ਉਸ ਟਾਈਮ? ਮੈਂ ਤਾਂ ਕਹਿੰਦੀ ਹਾਂ ਕਿ ਕਾਂਗਰਸ ਪਾਰਟੀ ਦੇ, ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਿੰਨੇ ਦਾਅਵੇਦਾਰ ਨੇ, ਸੋ ਉਹਨਾਂ ਨੂੰ ਜੋ ਵਾਕਈ ਕਾਂਗਰਸ ਪਾਰਟੀ ਦੇ ਨੇ, ਜੇ ਕਾਂਗਰਸ ਪਾਰਟੀ ਦੇ ਪੱਖ ਵਿੱਚ ਨੇ, ਤਾਂ ਉਹਨਾਂ ਨੂੰ ਝੰਡੇ ਨਾਲ ਜਿਹੜੀ ਪਾਰਟੀ ਇੱਕ ਮਾਂ ਸਮਾਨ ਹੁੰਦੀ ਹੈ, ਤਾਂ ਉਹ ਸਾਰੇ ਜਿਹੜੇ ਨੇ ਗਿਲੇ ਸ਼ਿਕਵੇ ਮਿਟਾ ਕੇ ਉਸ ਨੂੰ ਪਾਰਟੀ ਦੇ ਇੱਕ ਝੰਡੇ ਥੱਲੇ ਹੋ ਕੇ ਸੋ ਇਲੈਕਸ਼ਨ ਨੂੰ ਮੇਰੇ ਖਿਆਲ ਮਦਦ ਕਰਨੀ ਚਾਹੀਦੀ ਹੈ। ਔਰ ਜੇ ਇਹਦੇ ਲਈ ਮੈਨੂੰ ਉਹਨਾਂ ਕੋਲ ਜਾਣਾ ਵੀ ਪਿਆ, ਅਪਰੋਚ ਵੀ ਕਰਨਾ ਪਿਆ, ਸੋ ਮੈਂ ਕਰੂੰਗੀ। ਥੈਂਕ ਯੂ ਮੈਮ, ਤੁਸੀਂ ਸਾਡੇ ਲਈ ਕੀਮਤੀ ਸਮਾਂ ਕੱਢਿਆ। ਥੈਂਕ ਯੂ ਟੂ ਯੂ। ਸੋ ਦੋਸਤੋ, ਇਹ ਸਨ ਮੈਮ ਮੰਜੂ ਬਾਲਾ ਜੀ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹਲਕਾ ਮੌੜ ਦੇ ਰਾਜਨੀਤਿਕ ਸਥਿਤੀ ਬਾਰੇ। ਫਿਰ ਹਾਜ਼ਰ ਹੋਵਾਂਗੇ ਨਵੀਂ ਸ਼ਖਸੀਅਤ ਨਾਲ। ਤਦ ਤੱਕ ਲਈ ਧੰਨਵਾਦ।